ਨਪੋਲੀਅਨ ਇਕੱਲਾ ਇੰਗਲੈਂਡ ਨੂੰ ਨਹੀਂ ਹਰਾ ਪਾਇਆ ਸੀਗਾ, ਜਿਸ ਕਰਕੇ ਇੰਗਲੈਂਡ ਨੂੰ ਹਰਾਉਣ ਲਈ ਉਸਨੇ ਮਹਾਂਦੀਪੀ ਵਿਵਸਥਾ ਅਪਣਾਈ ਸੀ, ਉਹਦੇ ਵਿੱਚ ਵੀ ਇਹ ਸਫਲ ਰਿਹਾ। ਹੁਣ ਦੂਜੇ ਦੇਸ਼ਾਂ ਦੇ ਉੱਤੇ ਮਹਾਂਦੀਪੀ ਵਿਵਸਥਾ ਲਾਗੂ ਕਰਨ ਲਈ ਵੀ ਨਪੋਲੀਅਨ ਨੂੰ ਕਈ ਤਰ੍ਹਾਂ ਦੇ ਯੁੱਧ ਲੜਨੇ ਪਏ ਸਨ। ਹੁਣ ਯੂਰਪ ਦੇ ਜਿੰਨੇ ਵੀ ਦੂਜੇ ਦੇਸ਼ ਸਨ, ਨਪੋਲੀਅਨ ਦੀ ਇਸ ਵਿਵਸਥਾ ਤੋਂ ਵੀ ਪੂਰੀ ਤਰ੍ਹਾਂ ਤੰਗ ਆ ਗਏ ਸਨ। ਨਪੋਲੀਅਨ ਦਾ ਉਹ ਖਾਤਮਾ ਚਾਹੁੰਦੇ ਸਨ, ਜਿਸ ਕਰਕੇ ਵਾਟਰਲੂ ਦੇ ਮੈਦਾਨ ਦੇ ਵਿੱਚ ਨਪੋਲੀਅਨ ਨੂੰ ਹਰਾਉਣ ਤੋਂ ਬਾਅਦ ਉਸਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਤੇ 1821 ਵਿੱਚ ਨਪੋਲੀਅਨ ਦੀ ਮੌਤ ਹੋ ਗਈ। ਹੁਣ ਨਪੋਲੀਅਨ ਦੇ ਪਤਨ ਤੋਂ ਬਾਅਦ ਨਪੋਲੀਅਨ ਨੂੰ ਫਰਾਂਸ ਦੀ ਰਾਜਨੀਤੀ ਤੋਂ ਦੂਰ ਧੱਕਣ ਤੋਂ ਬਾਅਦ ਜਿੰਨੇ ਵੀ ਯੂਰਪ ਦੇ ਵੱਖ-ਵੱਖ ਦੇਸ਼ ਸਨ, ਉਹ ਸਾਰੇ ਦੇ ਸਾਰੇ ਇਕੱਠੇ ਹੋਏ ਸਨ। ਉਹਨਾਂ ਨੇ ਇੱਕ ਸੰਮੇਲਨ ਕੀਤਾ ਸੀਗਾ ਤੇ ਉਹਨਾਂ ਨੇ ਸੰਮੇਲਨ ਕੀਤਾ ਸੀ। ਯੂਰਪ ਦਾ ਹੀ ਇੱਕ ਦੇਸ਼ ਹੈ ਜਿਸ ਦਾ ਨਾਮ ਸੀ ਆਸਟਰੀਆ, ਜਿਸ ਦੀ ਰਾਜਧਾਨੀ ਸੀ ਵਿਆਨਾ ਦੇ ਵਿਖੇ ਇਹ ਸੰਮੇਲਨ ਕੀਤਾ ਗਿਆ ਸੀ। ਹੁਣ ਆਸਟਰੀਆ ਦੇ ਵਿੱਚ ਉੱਥੇ ਦਾ ਇੱਕ ਚਾਂਸਲਰ ਸੀ, ਵਿੱਤ ਮੰਤਰੀ ਸੀ, ਜੋ ਕਿ ਬਹੁਤ ਹੀ ਮਹਾਨ ਸੀਗਾ। ਉਸਦਾ ਨਾਮ ਸੀਗਾ ਮੈਟਰਨਿਕ। ਇੱਕ ਕੂਟਨੀਤੀਵਾਨ ਵਿਅਕਤੀ ਸੀ ਮੈਟਰਨਿਕ ਦੇ ਯਤਨਾਂ ਸਦਕਾ ਹੀ ਕਹਿੰਦੇ ਕਿ ਇਹ ਜਿਹੜਾ ਵਿਆਨਾ ਦਾ ਇਹ ਜਿਹੜਾ ਸੰਮੇਲਨ ਸੀਗਾ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਬੁਲਾਇਆ ਗਿਆ ਸੀ। ਹੁਣ ਜੇਕਰ ਤੁਹਾਨੂੰ 2 ਨੰਬਰ ਦਾ ਕੁਐਸਚਨ ਆ ਜਾਏ ਕਿ ਵਿਆਨਾ ਕਾਂਗਰਸ ਕੀ ਸੀ, ਕਦੋਂ ਹੋਈ ਸੀ, ਕਿੱਥੇ ਹੋਈ ਸੀ, ਤਾਂ ਤੁਹਾਡਾ ਆਨਸਰ ਹੋਵੇਗਾ ਵਿਆਨਾ ਕਾਂਗਰਸ 1815 ਈਸਵੀ ਵਿੱਚ ਹੋਈ, ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਹੋਈ। ਤਾਂ ਮੈਟਰਨਿਕ ਕੌਣ ਸੀ? ਤਾਂ ਮੈਟਰਨਿਕ ਆਸਟਰੀਆ ਦਾ ਚਾਂਸਲਰ ਸੀ, ਜਿਸਦੇ ਯਤਨਾਂ ਸਦਕਾ ਜੋ ਕੁਝ ਉਸਨੇ ਚਾਹਿਆ ਸੀਗਾ ਇਸ ਕਾਂਗਰਸ ਇਸ ਸੰਮੇਲਨ ਦੇ ਵਿੱਚ, ਜੋ ਵੀ ਉਸਨੇ ਆਪਣੇ ਵਿਚਾਰ ਰੱਖੇ ਸਨ ਉਹਨਾਂ ਦੇ ਉੱਤੇ ਮੋਹਰ ਲੱਗੀ ਸੀ, ਉਹਦੇ ਵਿਚਾਰਾਂ ਨੂੰ ਹੀ ਮੰਨਿਆ ਗਿਆ ਸੀ। ਸੋ ਆਉਣ ਵਾਲਾ ਸਮਾਂ ਜਿਹੜਾ ਯੂਰਪ ਦੇ ਇਤਿਹਾਸ ਦੇ ਵਿੱਚ ਮੈਟਰਨਿਕ ਯੁੱਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ। 1815 ਤੋਂ ਲੈ ਕੇ 1848 ਤੱਕ ਦਾ ਸਮਾਂ ਵਿਸ਼ਵ ਦੇ ਇਤਿਹਾਸ ਦੇ ਵਿੱਚ ਮੈਟਰਨਿਕ ਯੁੱਗ ਦੇ ਨਾਮ ਨਾਲ ਜਾਣਿਆ ਜਾਂਦਾ। ਹੁਣ ਇਹ ਵਿਆਨਾ ਕਾਂਗਰਸ, ਇੱਥੇ ਲੋਕ ਇਕੱਠੇ ਹੋਏ ਨੇ। ਆਸਟਰੀਆ ਦਾ ਜਿਹੜਾ ਮੈਟਰਨਿਕ ਉਹਨਾਂ ਦੀ ਅਗਵਾਈ ਕਰ ਰਿਹਾ ਹੈ। ਵੱਖ-ਵੱਖ ਦੇਸ਼ਾਂ ਤੋਂ, ਕਿਸੇ ਦੇਸ਼ ਦਾ ਕਹਿੰਦੇ ਕਿ ਰਾਜਾ ਆਇਆ, ਕਿਸੇ ਦਾ ਮੰਤਰੀ ਆਇਆ, ਕਿਸੇ ਦਾ ਅਧਿਆਪਕ ਆਇਆ, ਕਿਸੇ ਦਾ ਵਪਾਰੀ, ਭਾਵ ਕਿ ਫਿਰ ਵੀ ਆਲੇ ਦੁਆਲੇ ਦੇ ਯੂਰਪ ਦੇ ਕਿੰਨੇ ਦੇਸ਼ ਸਨ, ਲਿਖ ਲਿਆ ਹੋਣਾ ਹੁਣ ਤੁਸੀਂ ਕੁਐਸਚਨ, ਯੂਰਪ ਦੇ ਕਿੰਨੇ ਦੇਸ਼ਾਂ ਤੋਂ ਪ੍ਰਤੀਨਿਧੀ ਪਹੁੰਚੇ ਸਨ? 90 ਦੇਸ਼ਾਂ ਦੇ ਤੋਂ 62 ਦੇ ਤਕਰੀਬਨ ਪ੍ਰਤੀਨਿਧੀ ਪਹੁੰਚੇ। ਠੀਕ ਹੈ ਨਾ। ਹੁਣ ਉਹਨਾਂ ਪ੍ਰਤੀਨਿਧੀਆਂ ਦੇ ਵਿੱਚੋਂ 90 ਦੇਸ਼ਾਂ ਦੇ ਵਿੱਚੋਂ 62 ਪ੍ਰਤੀਨਿਧੀ ਮੇਰੇ ਖਿਆਲ ਨਾਲ ਪਹੁੰਚੇ ਸਨ ਤੇ ਉਹਨਾਂ ਦੇ ਵਿੱਚੋਂ ਦੇਖੋ ਜੀ ਤੁਸੀਂ 62 ਦੇ ਵਿੱਚੋਂ 63 ਸੀਗੇ। 90 ਰਾਜਾਂ ਵਿੱਚੋਂ 63 ਪ੍ਰਤੀਨਿਧੀ ਪਹੁੰਚੇ। ਹੁਣ ਦੇਖੋ ਜੀ ਇਸ ਤੋਂ ਅੱਗੇ ਜਿਹੜੀ ਚੀਜ਼ ਦਿੱਤੀ ਹੋਈ ਹੈ ਤੁਹਾਡੇ ਲੌਂਗ ਕੁਐਸਚਨ ਦੇ ਵਿੱਚ ਹੀ ਕਿ ਉਹ ਜਿਹੜੇ ਕਿੱਥੋਂ ਦੇ ਸਨ, ਜਿਨ੍ਹਾਂ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਨੇ, ਜਿਹੜੇ ਤੁਹਾਨੂੰ 2 ਨੰਬਰ ਵਿੱਚ ਆ ਸਕਦੇ ਨੇ। ਹੁਣ ਮੈਟਰਨਿਕ ਕਿੱਥੋਂ ਦਾ ਰਹਿਣ ਵਾਲਾ ਸੀ? ਆਸਟਰੀਆ ਦੀ ਪ੍ਰਤੀਨਿਧਤਾ ਕਿਸਨੇ ਕੀਤੀ? ਮੈਟਰਨਿਕ ਨੇ। ਇਸ ਤੋਂ ਇਲਾਵਾ ਹੋਰ ਦੇਸ਼ਾਂ ਦੇ ਜਿਹੜੇ ਖਾਸ ਵਿਅਕਤੀ ਇਹਦੇ ਵਿੱਚ ਸ਼ਾਮਿਲ ਸਨ, ਉਹਨਾਂ ਦੇ ਨਾਮ ਵੀ ਤੁਸੀਂ 2 ਨੰਬਰ ਲਈ ਯਾਦ ਕਰਨੇ ਨੇ। ਰੂਸ ਤੋਂ ਕੌਣ ਪਹੁੰਚਿਆ ਸੀ? ਉੱਥੋਂ ਦਾ ਅਲੈਗਜ਼ੈਂਡਰ ਰਾਜਾ ਪਹੁੰਚਿਆ ਸੀ। ਆਸਟਰੀਆ ਦਾ ਸਮਰਾਟ ਫਰਾਂਸਿਸ ਪਹਿਲਾ ਵੀ ਸੀ ਤੇ ਵਿਦੇਸ਼ ਮੰਤਰੀ ਇਹ ਮੈਟਰਨਿਕ ਸੀ। ਪ੍ਰਸ਼ੀਆ ਦਾ ਸ਼ਾਸਕ ਕੌਣ ਸੀ? ਫਰੈਡਰਿਕ ਵਿਲੀਅਮ ਤੀਜਾ ਪਹੁੰਚਾ। ਇੰਗਲੈਂਡ ਦੀ ਅਗਵਾਈ ਕਿਸਨੇ ਕੀਤੀ? ਕੈਸਲਰੇ ਨੇ। ਕੈਸਲਰੇ ਤੇ ਵੈਲਿੰਗਟਨ ਨੇ ਇੰਗਲੈਂਡ ਦੀ ਕੀਤੀ। ਇਹ 2 ਨੰਬਰ 'ਚ ਇੰਪੋਰਟੈਂਟ ਕੁਐਸਚਨ, ਪਿੱਛੇ ਜਦੋਂ ਤੁਸੀਂ ਸ਼ਾਰਟ ਕੁਐਸਚਨ ਕਰੋਗੇ ਤੁਹਾਨੂੰ ਨਾਮ ਮਿਲਣਗੇ। ਕੈਸਲਰੇ ਕੌਣ ਸੀ? ਵੈਲਿੰਗਟਨ ਕੌਣ ਸੀ? ਵਿਆਨਾ ਕਾਂਗਰਸ ਦੇ ਸਮੇਂ ਇਹ ਅਗਵਾਈ ਕਰਨ ਵਾਲੇ ਸਨ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਜਿੰਨੇ ਵੀ ਵਿਅਕਤੀ ਸਾਰੇ ਉੱਥੇ ਇਕੱਠੇ ਹੋ ਗਏ, ਇਹਨਾਂ ਦੇ ਸਾਹਮਣੇ ਸਮੱਸਿਆਵਾਂ ਕਿਹੜੀਆਂ ਸਨ? ਹਾਂਜੀ, ਹਾਂ ਉਹੀ ਕਹਿ ਰਹੇ। ਠੀਕ ਹੈ, ਸਾਰੇ ਦਿੱਤੇ, ਤਾਂ ਹੀ ਤਾਂ ਦੱਸ ਰਹੀ। ਜਦੋਂ ਤੁਸੀਂ ਲੌਂਗ ਯਾਦ ਕਰਨਾ ਨਾਲ ਦੀ ਨਾਲ ਹੀ ਤੁਹਾਡੇ ਵੈਰੀ ਸ਼ਾਰਟ ਹੋ ਰਹੇ ਨੇ, ਤੇ ਜਿਹੜੇ ਤੁਹਾਨੂੰ ਨੋਟਸ ਦਿੱਤੇ ਨੇ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੇ ਪਿੱਛੇ ਵੈਰੀ ਸ਼ਾਰਟ ਉਹ ਹੀ ਇੱਥੇ ਜਿਹੜੇ ਹਰ ਇੱਕ ਉਹ ਨਾਮ ਜਿਹੜਾ ਹੈ ਵਿੱਚ ਆ ਜਾਵੇ। ਫਿਰ ਵਿਆਨਾ ਕਾਂਗਰਸ ਮਾਰੇ ਸਮੱਸਿਆਵਾਂ ਕਿਹੜੀਆਂ ਸਨ? ਕੀ ਕੁਝ ਹੱਲ ਕਰਨਾ? ਸਮਝ ਆ ਗਿਆ? ਇਹ ਵੀ ਸਮੱਸਿਆਵਾਂ ਸਮਝ ਆ ਗਈਆਂ ਕਿ ਨਪੋਲੀਅਨ ਨੇ ਕਿਵੇਂ ਯੂਰਪ ਦਾ ਨਕਸ਼ਾ ਪੂਰੀ ਤਰ੍ਹਾਂ ਵਿਗਾੜ ਦਿੱਤਾ ਸੀ। ਉਸ ਨਕਸ਼ੇ ਨੂੰ ਦੁਬਾਰਾ ਸੁਧਾਰਨ ਲਈ, ਨਵੇਂ ਸਿਰੇ ਤੋਂ ਸੰਗਠਿਤ ਕਰਨ ਲਈ ਇਹ ਵਿਆਨਾ ਕਾਂਗਰਸ ਬੁਲਾਈ ਗਈ। ਯੂਰਪ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਯੁੱਧ ਵਗੈਰਾ ਯੂਰਪ ਦੇ ਵਿੱਚ ਨਾ ਹੋਣ, ਇਸ ਕਰਕੇ ਇਹ ਜਿਹੜੀ ਹੈ ਵਿਆਨਾ ਕਾਂਗਰਸ ਬੁਲਾਈ ਗਈ। ਫਿਰ ਇਸ ਵਿਆਨਾ ਕਾਂਗਰਸ ਦੇ ਉਦੇਸ਼ ਕਿਹੜੇ ਸਨ? ਉਹ ਵੀ ਤੁਸੀਂ ਅੱਛੀ ਤਰ੍ਹਾਂ ਕਰਨੇ ਨੇ ਕਿ ਯੂਰਪ ਵਿੱਚ ਸ਼ਾਂਤੀ ਬਣਾਏ ਰੱਖਣਾ, ਫਰਾਂਸ ਦੇ ਇਰਦ ਗਿਰਦ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਕਰਨੀ, ਸੁਤੰਤਰਤਾ, ਸਮਾਨਤਾ, ਭਾਈਚਾਰੇ ਜਿਹੜਾ ਆ ਉਹਦੇ ਪ੍ਰਭਾਵਾਂ ਤੋਂ ਕਹਿੰਦੇ ਕਿ ਯੂਰਪ ਨੂੰ ਮੁਕਤ ਕਰਾਉਣਾ। ਇਸ ਕਰਕੇ ਵੀ ਇਹ ਜਿਹੜਾ ਆ ਸੰਮੇਲਨ ਬਣਾਇਆ ਗਿਆ। ਨਪੋਲੀਅਨ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਦੰਡ ਦੇਣਾ। ਉਸ ਤੋਂ ਬਾਅਦ ਅਗਲਾ ਪੁਆਇੰਟ ਆਉਂਦਾ ਜੀ ਇਹਦੇ ਮੁੱਖ ਸਿਧਾਂਤ। ਤਾਂ ਮੁੱਖ ਸਿਧਾਂਤ ਵਿਆਨਾ ਕਾਂਗਰਸ ਦੇ ਸਿਰਫ ਤੇ ਸਿਰਫ
3 ਮੁੱਖ ਸਿਧਾਂਤ ਸਨ। ਇਹ ਤੁਸੀਂ ਕੋਈ ਵੱਧ ਨਹੀਂ ਦੇ ਸਕਦੇ, ਇਹਦੇ 'ਚ ਕੋਈ ਪੁਆਇੰਟ ਨਹੀਂ। ਜੇਕਰ ਸਮੱਸਿਆਵਾਂ ਦੇ ਪੁਆਇੰਟ ਆ ਉਹ ਭਾਵੇਂ ਤੁਸੀਂ ਵਧਾ ਸਕਦੇ ਹੋ, ਦੇਸ਼ਾਂ ਦੇ ਪੁਆਇੰਟ ਵਧਾ ਘਟਾ ਸਕਦੇ ਹੋ, ਪਰ ਵਿਆਨਾ ਕਾਂਗਰਸ ਦੇ ਸਿਰਫ ਤੇ ਸਿਰਫ 3 ਸਿਧਾਂਤ ਸਨ। ਪ੍ਰਿੰਸੀਪਲਸ ਜਿਹੜੇ ਸਨ ਉਹ ਸਿਰਫ ਤੇ ਸਿਰਫ 3 ਸਨ। ਇਹ ਕੁਐਸਚਨ ਬਹੁਤ ਵਾਰ ਵੈਰੀ ਸ਼ਾਰਟ ਕੁਐਸਚਨ ਤੁਹਾਨੂੰ ਫਾਈਨਲ ਐਗਜ਼ਾਮ 'ਚ ਆ ਚੁੱਕਿਆ। 3 ਸਿਧਾਂਤ ਕਿਹੜੇ ਕਿਹੜੇ ਸਨ? ਜਿਹਦੇ ਵਿੱਚ ਪਹਿਲਾ ਸਿਧਾਂਤ ਆਉਂਦਾ ਸ਼ਕਤੀ ਸੰਤੁਲਨ ਦਾ ਸਿਧਾਂਤ। ਤਾਂ ਇਹ ਸਿਧਾਂਤ ਇਕੱਲੇ ਬਾਰੇ ਵੀ ਤੁਹਾਨੂੰ 2 ਨੰਬਰ ਦਾ ਕੁਐਸਚਨ ਆ ਗਿਆ। ਸ਼ਕਤੀ ਸੰਤੁਲਨ ਦਾ ਸਿਧਾਂਤ ਕੀ ਸੀਗਾ ਕਿ ਨੈਪੋਲੀਅਨ ਦੇ ਜਿਹੜਾ ਦੇਸ਼ ਸੀ ਫਰਾਂਸ ਦੇ ਆਲੇ ਦੁਆਲੇ ਏਦਾਂ ਦੇ ਮਤਲਬ ਕਿ ਰਾਜ ਸਥਾਪਿਤ ਕਰਨੇ, ਰਾਜਾਂ ਦੀਆਂ ਸੀਮਾਵਾਂ ਇਹੋ ਜਿਹੀਆਂ ਬਣਾਉਣੀਆਂ ਕਿ ਕੋਈ ਜ਼ਿਆਦਾ ਸ਼ਕਤੀਸ਼ਾਲੀ ਨਾ ਹੋ ਜਾਵੇ ਤੇ ਕੋਈ ਜ਼ਿਆਦਾ ਕਮਜ਼ੋਰ ਨਾ ਹੋਵੇ, ਭਾਵ ਕਿ ਸਭ ਦੀਆਂ ਸੀਮਾਵਾਂ ਬਰਾਬਰ ਹੋਣੀਆਂ ਚਾਹੀਦੀਆਂ। ਦੂਜਾ ਸੀਗਾ ਸ਼ਕਤੀ ਸੰਤੁਲਨ, ਵੀ ਸਾਰਿਆਂ ਦੀ ਸ਼ਕਤੀ ਇੱਕੋ ਜਿਹੀ ਹੋਣੀ ਚਾਹੀਦੀ, ਇਹ ਸਿਧਾਂਤ ਸੀ। ਦੂਜਾ ਸਿਧਾਂਤ ਸੀ ਉਚਿਤ ਅਧਿਕਾਰ ਦਾ ਸਿਧਾਂਤ। ਇਹ ਵੀ ਤੁਹਾਡਾ 2 ਮਾਰਕਸ ਵੈਰੀ ਇੰਪੋਰਟੈਂਟ। ਉਚਿਤ ਅਧਿਕਾਰ ਦੇ ਵਿੱਚ ਦੱਸਿਆ ਗਿਆ ਸੀ ਕਿ ਜਿਹੜੇ ਵੀ ਪੁਰਾਣੇ ਰਾਜਵੰਸ਼ ਸਨ ਉਹਨਾਂ ਨੂੰ ਦੁਬਾਰਾ ਉਹਨਾਂ ਦੀ ਗੱਦੀ ਦੇ ਦਿੱਤੀ ਗਈ। ਫਿਰ ਅੱਗੇ ਚੱਲ ਕੇ ਆਪਾਂ ਫੈਸਲਿਆਂ ਵਿੱਚ ਦੇਖਾਂਗੇ ਕਿ ਫਰਾਂਸ ਦੇ ਉੱਤੇ ਕਿਹੜੇ ਵੰਸ਼ ਦਾ ਰਾਜ ਸੀ ਨੈਪੋਲੀਅਨ ਤੋਂ ਪਹਿਲਾਂ। ਫਰਾਂਸ ਦੇ ਉੱਤੇ ਬੂਰਬੋ ਵੰਸ਼ ਦਾ ਰਾਜ ਸੀਗਾ। ਲੂਈ 14ਵਾਂ, ਲੂਈ 15ਵਾਂ, ਲੂਈ 16ਵੇਂ ਦਾ ਰਾਜ ਸੀਗਾ। ਪਰ ਹੁਣ ਜਦੋਂ ਇਸ ਸਿਧਾਂਤ ਦੇ ਉੱਤੇ ਚੱਲਦਿਆਂ ਹੋਇਆਂ ਫਰਾਂਸ ਦੇ ਵਿੱਚ ਫਿਰ ਦੁਬਾਰਾ ਬੂਰਬੋ ਵੰਸ਼ ਦਾ ਰਾਜ ਸਥਾਪਿਤ ਕਰ ਦਿੱਤਾ ਗਿਆ ਤੇ ਬੂਰਬੋ ਵੰਸ਼ ਦਾ ਰਾਜਾ ਸੀਗਾ ਲੂਈ 18ਵਾਂ, ਉਸਨੂੰ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ ਸੀ। ਉਚਿਤ ਅਧਿਕਾਰ ਦਾ ਸਿਧਾਂਤ ਦੂਜਾ ਸਿਧਾਂਤ। ਤੇ ਤੀਜਾ ਸਿਧਾਂਤ ਸੀ ਯੋਗ ਮੁਆਵਜ਼ੇ ਦਾ ਸਿਧਾਂਤ। ਯੋਗ ਮੁਆਵਜ਼ਾ ਜਾਂ ਹਾਨੀ ਪੂਰਤੀ ਦਾ ਸਿਧਾਂਤ ਕਿ ਨੈਪੋਲੀਅਨ ਨੂੰ ਹਰਾਉਣ ਦੇ ਵਿੱਚ ਜਿਹੜੇ ਦੇਸ਼ਾਂ ਨੇ ਬਹੁਤ ਜ਼ਿਆਦਾ ਰੋਲ ਅਦਾ ਕੀਤਾ ਸੀ, ਉਹਨਾਂ ਦੇਸ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਉਹਨਾਂ ਦੇਸ਼ਾਂ ਦੀ ਬਹੁਤ ਜ਼ਿਆਦਾ ਹਾਨੀ ਹੋਈ ਸੀ ਤੇ ਉਹਨਾਂ ਦੀ ਹਾਨੀ ਪੂਰਤੀ ਦੇ ਲਈ ਉਹਨਾਂ ਨੂੰ ਮੁਆਵਜ਼ਾ ਦੇਣਾ। ਜਿਹਦੇ ਵਿੱਚ ਖਾਸ ਇੰਗਲੈਂਡ ਆਵੇਗਾ। ਇੰਗਲੈਂਡ ਨੇ ਬਹੁਤ ਹੀ ਜ਼ਿਆਦਾ ਮੁਆਵਜ਼ਾ ਜਿਹੜੇ ਪੈਸੇ ਇਕੱਠੇ ਕਰ ਲਏ ਸਨ ਕਿ ਉਸਨੇ ਆਪਣਾ ਬਹੁਤ ਜ਼ਿਆਦਾ ਧਨ ਦੌਲਤ ਖਰਚ ਕੀਤਾ ਸੀ ਨੈਪੋਲੀਅਨ ਨੂੰ ਹਰਾਉਣ ਦੇ ਵਿੱਚ, ਫਰਾਂਸ ਨੂੰ ਹਰਾਉਣ ਵਿੱਚ। ਸੋ ਇਹ 3 ਸਿਧਾਂਤ ਅੱਛੀ ਤਰ੍ਹਾਂ ਕਰਨੇ ਨੇ। ਤਿੰਨੇ ਸਿਧਾਂਤ ਜਿਹੜੇ ਇਹਨਾਂ ਦੇ ਤੁਹਾਡੇ 2-2 ਨੰਬਰ ਦੇ ਕੁਐਸਚਨ ਆ ਸਕਦੇ ਨੇ। ਇਹਨਾਂ ਤਿੰਨਾਂ ਸਿਧਾਂਤਾਂ ਤੇ ਚੱਲਦਿਆਂ ਹੀ ਅੱਗੇ ਜਿਹੜੇ ਸਨ ਇਹ ਜਿਹੜੇ ਵੀ ਪ੍ਰਤੀਨਿਧੀ 63 ਦੇ ਤਕਰੀਬਨ ਪ੍ਰਤੀਨਿਧੀ ਸ਼ਾਮਿਲ ਹੋਏ, ਉਹਨਾਂ ਨੇ ਵੱਖ-ਵੱਖ ਫੈਸਲੇ ਵੱਖ-ਵੱਖ ਦੇਸ਼ਾਂ ਨਾਲ ਸੰਬੰਧਿਤ ਕੀਤੇ ਸਨ। ਫਿਰ ਵਿਆਨਾ ਕਾਂਗਰਸ ਦੇ ਮੁੱਖ ਫੈਸਲੇ। ਹੁਣ ਦੇਖੋ ਜਿਹੜੇ ਮੈਂ ਨੋਟਸ ਦਿੱਤੇ ਨੇ ਇਹਦੇ 'ਚ ਤੁਹਾਨੂੰ ਸਿਰਫ ਸ਼ਾਰਟ ਵਿੱਚ ਇੱਕ ਪੁਆਇੰਟ ਦਿੱਤਾ ਆ, ਪਰ ਤੁਸੀਂ ਆਪਣੀ ਬੁੱਕ ਤੋਂ ਜ਼ਰੂਰ ਰੀਡ ਕਰਨਾ। ਇਹ ਨਹੀਂ ਸੋਚਣਾ ਕਿ ਮੈਂ ਇੰਨਾ ਕੀ ਕਰ ਲਿਆ ਤਾਂ ਬਸ ਠੀਕ ਹੈ। ਫਰਾਂਸ ਦੇ ਨਾਲ ਕੀ ਕੀਤਾ, ਰੂਸ ਨਾਲ ਕੀ ਕੀਤਾ, ਪ੍ਰਸ਼ੀਆ ਨਾਲ ਕੀ ਕੀਤਾ, ਇਹ ਸਾਰੇ ਦੇ ਸਾਰੇ ਅੱਛੀ ਤਰ੍ਹਾਂ ਯਾਦ ਕਰਨੇ ਪੈਣੇ। ਦੇਖੋਗੇ ਤੁਸੀਂ ਫਰਾਂਸ ਉਹਦਾ ਵੱਧ ਤੋਂ ਵੱਧ ਨੁਕਸਾਨ ਕੀਤਾ ਗਿਆ ਸੀਗਾ ਫਰਾਂਸ ਦਾ। ਫਰਾਂਸ ਦੇ ਕੋਲ ਕਈ ਉਹਦੇ ਇਲਾਕੇ ਖੋਲੇ ਗਏ, ਫਰਾਂਸ ਦੇ ਕੋਲ ਉਹਦੇ ਜਿਹੜੇ ਕਲਾ ਦੇ ਨਮੂਨੇ ਖੋਲੇ ਗਏ। ਫਰਾਂਸ ਨੂੰ 70,000 ਕਰੋੜ ਫਰੈਂਕ ਦਾ ਜੁਰਮਾਨਾ ਲਗਾਇਆ ਗਿਆ। ਫਰੈਂਕ ਉੱਥੋਂ ਦੀ ਕਰੰਸੀ ਸੀਗੀ। ਫਰਾਂਸ ਦੀ ਸੈਨਿਕ ਸ਼ਕਤੀ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਗਈ। ਇਸ ਤੋਂ ਇਲਾਵਾ ਦੂਜੇ ਜਿੰਨੇ ਵੀ ਦੇਸ਼ ਸੀ ਉਹਨਾਂ ਸਾਰਿਆਂ ਨੂੰ ਲਾਭ ਹੋਏ। ਰੂਸ ਨੂੰ, ਪ੍ਰਸ਼ੀਆ ਨੂੰ, ਆਸਟਰੀਆ ਨੂੰ, ਇਟਲੀ ਦੇ ਵਿੱਚ ਪੋਪ ਦਾ ਰਾਜ ਸਥਾਪਿਤ ਕਰ ਦਿੱਤਾ ਗਿਆ। ਜਰਮਨੀ ਵਿੱਚ 39 ਰਾਜਾਂ ਦਾ ਸੰਘ ਸਥਾਪਿਤ ਕਰ ਦਿੱਤਾ ਗਿਆ। ਹਾਲੈਂਡ, ਬੈਲਜੀਅਮ, ਇਹ ਸਾਰਿਆਂ ਨੂੰ ਕਿਹੜੇ-ਕਿਹੜੇ ਫੈਸਲੇ, ਇਹਨਾਂ ਨੂੰ ਕਿਹੜੇ-ਕਿਹੜੇ ਏਰੀਏ ਮਿਲੇ, ਇਹ ਤੁਹਾਨੂੰ ਰੀਡ ਕਰਨੇ ਪੈਣਗੇ ਬੁੱਕ ਤੋਂ। ਠੀਕ ਹੈ ਜੀ। ਕਿ ਇਹਨੂੰ ਕਿਹੜੇ-ਕਿਹੜੇ ਇਲਾਕੇ ਮਿਲੇ, ਕਿਉਂਕਿ ਇਹਦੇ ਆਧਾਰ ਤੇ ਫਿਰ ਅੱਗੇ ਆਪਣੇ ਪ੍ਰਭਾਵ ਹੋਣੇ ਨੇ, ਇਹਦੇ ਆਧਾਰ ਤੇ ਹੀ ਆਪਣੀ ਅੱਗੇ ਲਈ ਆਲੋਚਨਾ ਹੋਣੀ ਹੈ ਕੀ ਕੁਝ ਹੋਇਆ, ਫਰਾਂਸ ਦਾ ਕਿੰਨਾ ਨੁਕਸਾਨ ਹੋਇਆ। ਉਸ ਤੋਂ ਬਾਅਦ ਫਰਾਂਸ ਦੇ ਲੋਕਾਂ ਦੇ ਮਨਾਂ ਵਿੱਚੋਂ ਅਜੇ ਵੀ ਦੂਜੇ ਯੂਰਪ ਦੇ ਦੇਸ਼ਾਂ ਨਾਲ ਜਾਂ ਜਿਹੜੇ ਇੰਗਲੈਂਡ ਜਿਹੜੇ ਮਿੱਤਰ ਦੇਸ਼ ਉਹਨਾਂ ਪ੍ਰਤੀ ਈਰਖਾ ਨਹੀਂ ਗਈ ਸੀ, ਤਾਂ ਕਰਕੇ ਹੀ ਆਉਣ ਵਾਲੇ ਸਮੇਂ ਵਿੱਚ ਯੂਰਪ ਵਿੱਚ ਭਾਵੇਂ ਉਹ ਸ਼ਾਂਤੀ ਸਥਾਪਿਤ ਕਰਨਾ ਚਾਹੁੰਦੇ, ਸ਼ਾਂਤੀ ਸਥਾਪਿਤ ਨਹੀਂ ਹੋਈ ਸੀ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਯੁੱਧ ਹੋਏ ਸਨ। ਫਿਰ ਅੱਗੇ ਚੱਲ ਕੇ 1914 ਦਾ ਪਹਿਲਾ ਵਿਸ਼ਵ ਯੁੱਧ ਵੀ ਆਈ, ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਪੁਰਾਣੀ ਜਿਹੜੀ ਦੁਸ਼ਮਣੀ ਜਿਹੜੀ ਈਰਖਾ ਭਰੀ ਹੋਈ ਸੀ ਉਹਦਾ ਕਰਕੇ ਹੀ ਹੋਇਆ ਸੀ। ਫੈਸਲੇ ਵੀ ਕਰਨੇ ਨੇ। ਉਸ ਤੋਂ ਬਾਅਦ ਜਿਹੜੇ ਮਨੁੱਖੀ ਕਲਿਆਣ ਸੰਬੰਧੀ ਕੰਮ ਕੀਤੇ, ਇਹ ਵੀ ਤੁਹਾਡਾ 2 ਮਾਰਕਸ ਦਾ ਕੁਐਸਚਨ ਹੈ। ਦਾਸ ਪ੍ਰਥਾ ਦਾ ਖਾਤਮਾ ਕੀਤਾ ਗਿਆ ਸੀ ਇੰਗਲੈਂਡ ਦੇ ਵਿੱਚ ਤੇ ਉਸ ਤੋਂ ਇਲਾਵਾ ਅੰਤਰਰਾਸ਼ਟਰੀ ਜਹਾਜ਼ਰਾਨੀ ਦਾ ਕਾਨੂੰਨ ਪਾਸ ਕੀਤਾ ਗਿਆ ਸੀ। ਨੈਪੋਲੀਅਨ ਨੇ ਵਪਾਰ ਬੰਦ ਕਰ ਦਿੱਤਾ ਸੀ, ਪਰ ਇਸ ਕਾਨੂੰਨ ਦੇ ਰਾਹੀਂ ਯੂਰਪ ਦੇ ਸਾਰੇ ਦੇਸ਼ਾਂ ਦਾ ਇੱਕ ਦੂਜੇ ਦੇ ਨਾਲ ਵਪਾਰ ਖੋਲ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਫਿਰ 2 ਮਾਰਕਸ ਦਾ ਵੈਰੀ ਇੰਪੋਰਟੈਂਟ ਕੁਐਸਚਨ ਕਿ 1815 ਵਿਆਨਾ ਕਾਂਗਰਸ ਦੇ ਸਮੇਂ ਯੂਰਪੀ ਸੰਯੁਕਤ ਵਿਵਸਥਾ ਦੀ ਸਥਾਪਨਾ ਕੀਤੀ ਗਈ। ਕਦੋਂ ਹੋਈ? 1815 ਦੇ ਵਿੱਚ। ਤੇ ਇਹਦਾ ਮੁੱਖ ਉਦੇਸ਼ ਕੀ ਸੀ? ਯੂਰਪ ਦੇ ਵਿੱਚ ਸ਼ਾਂਤੀ ਬਣਾਏ ਰੱਖਣਾ। ਯੂਰਪ ਦੀ ਸ਼ਾਂਤੀ ਨੂੰ ਕੋਈ ਵੀ ਹੋਰ ਜਿਹੜਾ ਸ਼ਕਤੀਸ਼ਾਲੀ ਦੇਸ਼ ਭੰਗ ਨਾ ਕਰ ਸਕੇ, ਇਸ ਕਰਕੇ ਸੰਯੁਕਤ ਵਿਵਸਥਾ ਬਣਾਈ ਗਈ। ਫਿਰ ਇਹਦੇ ਮਹੱਤਵ ਦੇ ਪੁਆਇੰਟ ਤੁਸੀਂ ਸਾਰੇ ਕਰਨੇ। ਜੇਕਰ ਤੁਸੀਂ ਫੈਸਲੇ ਕਰੋਗੇ ਮਹੱਤਵ ਦੇ ਪੁਆਇੰਟ ਤੁਹਾਡੇ ਤਾਂ ਹੀ ਹੋਣਗੇ ਕਿ ਫਰਾਂਸ ਦੀ ਸ਼ਕਤੀ ਵਿੱਚ ਕਮੀ ਹੋ ਗਈ, ਕਿਉਂਕਿ ਫਰਾਂਸ ਦੇ ਕੋਲ ਬਹੁਤ ਜ਼ਿਆਦਾ ਇਲਾਕੇ ਖੋਹ ਲਏ ਗਏ ਸਨ। ਮੈਟਰਨਿਕ ਦਾ ਯੁੱਗ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ 1815 ਤੋਂ 1848 ਤੱਕ। ਰੂਸ ਦੀ ਸ਼ਕਤੀ ਵਿੱਚ ਵਾਧਾ ਹੋਇਆ, ਕਿਉਂਕਿ ਰੂਸ ਨੂੰ ਬਹੁਤ ਜ਼ਿਆਦਾ ਇਲਾਕੇ ਮਿਲੇ ਸਨ। ਜਿਹੜੇ ਵੀ ਫੈਸਲੇ ਲਏ ਗਏ ਸਨ ਵਿਆਨਾ ਕਾਂਗਰਸ ਸਮੇਂ, ਰੂਸ ਨੂੰ ਫਿਨਲੈਂਡ, ਵਾਰਸਾ ਦੀ ਡੱਚੀ, ਕੁਛ ਏਦਾਂ ਦੇ ਇਲਾਕੇ ਦਿੱਤੇ ਗਏ ਸਨ। ਆਸਟਰੀਆ ਦਾ ਕੇਂਦਰੀ ਯੂਰਪ ਦੇ ਵਿੱਚ ਪ੍ਰਭਾਵ ਹੋ ਗਿਆ। ਆਸਟਰੀਆ ਦੀ ਅਗਵਾਈ ਵਿੱਚ ਜਰਮਨੀ ਦਾ ਏਕੀਕਰਨ ਹੋਇਆ।
ਨੈਕਸਟ ਯੂਨਿਟ ਵਿੱਚ ਤੁਹਾਡੇ ਦੋ ਚੈਪਟਰ ਹੋਣਗੇ, ਜਰਮਨੀ ਇਟਲੀ ਦਾ ਏਕੀਕਰਨ। ਤਾਂ ਇਸ ਏਕੀਕਰਨ ਦੀ ਨੀਂਹ ਕਹਿੰਦੇ ਕਿ ਇਸੇ ਵਿਆਨਾ ਕਾਂਗਰਸ ਦਾ ਟਾਈਮ ਹੀ ਰੱਖੀ ਗਈ ਸੀ। ਬਹੁਤ ਜ਼ਿਆਦਾ ਏਰੀਏ ਇਟਲੀ ਨੂੰ ਮਿਲ ਗਏ ਸਨ, ਜਰਮਨੀ ਨੂੰ ਵੀ ਮਿਲ ਗਏ ਸਨ। ਜਰਮਨੀ ਵਿੱਚ 39 ਰਾਜਾਂ ਦਾ ਇੱਕ ਸੰਘ ਕਾਇਮ ਹੋ ਗਿਆ ਸੀ। ਇੰਗਲੈਂਡ ਇੱਕ ਵਧੀਆ ਉਪਨਿਵੇਸ਼ਿਕ ਸ਼ਕਤੀ ਦੇ ਵਜੋਂ ਉੱਭਰ ਕੇ ਸਾਡੇ ਸਾਹਮਣੇ ਆਇਆ ਸੀ। ਮਨੁੱਖੀ ਕਲਿਆਣ ਲਈ ਜਿਹੜੇ ਕਈ ਕੰਮ ਕੀਤੇ, ਬਹੁਤ ਵਧੀਆ। ਪਰ ਬਾਅਦ ਦੇ ਵਿੱਚ ਇਹਦੀ ਕਈਆਂ ਨੇ ਆਲੋਚਨਾ ਵੀ ਕੀਤੀ ਆ। ਹੁਣ ਧਿਆਨ ਦਿਓ ਬੱਚਾ, ਵਿਆਨਾ ਕਾਂਗਰਸ ਦੀ ਆਲੋਚਨਾ ਵੀ ਤੁਸੀਂ ਜ਼ਰੂਰ ਕਰਨੀ ਹੈ ਜਿੰਨੀ, ਕਿਉਂਕਿ ਜ਼ਿਆਦਾਤਰ ਕੁਐਸਚਨ ਇਹ ਆ ਜਾਂਦਾ ਵਿਆਨਾ ਕਾਂਗਰਸ ਦਾ ਆਲੋਚਨਾਤਮਕ ਅਧਿਐਨ ਕਰੋ। ਤਾਂ ਸਾਰੇ ਪੁਆਇੰਟ ਦਿੰਦੇ ਦਿੰਦੇ ਤੁਸੀਂ ਆਲੋਚਨਾ ਕਰਨੀ। ਆਲੋਚਨਾ ਦੇ ਵਿੱਚ ਨਿੰਦਾ ਕੀਤੀ ਗਈ ਹੈ, ਬਹੁਤ ਸਾਰੇ ਇਤਿਹਾਸਕਾਰਾਂ ਨੇ ਨਿੰਦਾ ਕੀਤੀ ਹੈ ਕਿ ਇੱਥੇ ਜਿਹੜੇ ਫੈਸਲੇ ਲੈ ਗਏ ਬਿਲਕੁਲ ਸਹੀ ਨਹੀਂ ਸਨ। ਇਹਦੇ ਵਿੱਚ ਕਈ ਐਗਜ਼ਾਮਪਲ ਹੁੰਦੀਆਂ, ਕਈ ਕੋਟੇਸ਼ਨ ਆਉਂਦੀਆਂ, ਜਿਵੇਂ ਇੱਕ ਇਤਿਹਾਸਕਾਰ ਨੇ ਕਿਹਾ ਕਿ ਇਲਾਕਿਆਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਸੀ ਵੀ ਇਹਦੇ ਕੋਲ ਇੱਕ ਇਲਾਕਾ ਖੋਹ ਲਿਆ, ਜਰਮਨੀ ਕੋਲੋਂ ਖੋਹ ਲਿਆ, ਰੂਸ ਕੋਲੋਂ ਖੋਹ ਲਿਆ, ਇਹਦੇ ਖੋਹ ਕੇ ਦੂਜੇ ਨੂੰ ਦੇਤਾ। ਕਹਿੰਦੇ ਕਿ ਇਸ ਤਰ੍ਹਾਂ ਇਲਾਕਿਆਂ ਦੀ ਵੰਡ ਕੀਤੀ ਗਈ ਸੀ ਜਿਵੇਂ ਕਹਿੰਦੇ ਕਿ ਪਸ਼ੂਆਂ ਦੀ ਮੰਡੀ ਦੇ ਵਿੱਚ ਪਸ਼ੂਆਂ ਦੀ ਵੰਡ ਕੀਤੀ ਜਾਂਦੀ ਕਿ ਕਿਸੇ ਨੇ ਇੱਕ ਪਸ਼ੂ ਜਿਹੜਾ ਇੱਥੇ ਖੜਾ ਦੂਜੇ ਨੇ ਖਰੀਦ ਲਿਆ ਤਾਂ ਇੱਕ ਕਿੱਲੇ ਤੋਂ ਖੋਲ ਕੇ ਪਸ਼ੂ ਦੂਜੇ ਕਿੱਲੇ ਦੇ ਉੱਤੇ ਬੰਨ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਇਲਾਕਿਆਂ ਦੀ ਵੰਡ ਕੀਤੀ ਗਈ ਸੀ। ਉਹ ਕਹਿੰਦੇ ਕਿ ਇਹਦੇ ਸਮੇਂ ਜਿਹੜੇ ਫੈਸਲੇ ਲਏ ਗਏ ਸਨ ਸਾਰੇ ਤੇ ਸਾਰੇ ਹੀ ਇੰਗਲੈਂਡ, ਰੂਸ, ਪ੍ਰਸ਼ੀਆ ਜਿਹੜੇ ਜਿੱਤੇ ਹੋਏ ਦੇਸ਼ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਲਾਭ ਹੋਇਆ, ਜਦ ਕਿ ਫਰਾਂਸ ਦਾ ਸਾਥ ਦੇਣ ਵਾਲੇ ਜਿਹੜੇ ਕਈ ਦੇਸ਼ ਸਨ ਉਹਨਾਂ ਨੂੰ ਇਹਦੇ ਵਿੱਚ ਬਹੁਤ 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 ਹੀ ਨੁਕਸਾਨ ਹੋਇਆ ਸੀ। ਸੋ ਇਹਦੇ ਦੁਆਰਾ ਲਏ ਗਏ ਫੈਸਲੇ ਬਿਲਕੁਲ ਵੀ ਸਹੀ ਨਹੀਂ ਸਨ। ਨਾ ਹੀ ਕਹਿੰਦੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਮੇਨ ਇਹਨਾਂ ਨੇ ਸ਼ਾਂਤੀ ਸਥਾਪਿਤ ਕਰਨ ਲਈ ਆ ਸੰਯੁਕਤ ਵਿਵਸਥਾ ਬਣਾਈ, ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਸ਼ਾਂਤੀ ਸਥਾਪਿਤ ਵੀ ਨਹੀਂ ਰਹੀ ਸੀ ਯੂਰਪ ਦੇ ਵਿੱਚ। ਅਖੀਰ ਦੇ ਵਿੱਚ ਫਿਰ ਪੱਖ ਵਿੱਚ ਵੀ ਕੁਝ ਕੁ ਗੱਲਾਂ ਆ ਜਾਂਦੀਆਂ ਨੇ, 5-7 ਪੁਆਇੰਟ ਤੁਹਾਡੇ ਪੱਖ ਵਿੱਚ ਵੀ ਆ ਜਾਣੇ, ਉਹ ਵੀ ਤੁਸੀਂ ਕਰਨੇ ਨੇ। ਫਿਰ ਤੁਹਾਡਾ ਇਹ ਪੂਰੇ ਦਾ ਪੂਰਾ ਕੁਐਸਚਨ ਕੰਪਲੀਟ ਹੋਣਾ। ਕੋਈ ਇੰਨਾ ਔਖਾ ਨਹੀਂ ਹੈ, ਸੌਖਾ ਹੀ ਹੈ। ਇੱਕ ਵਾਰ ਪੜੋਂਗੀ ਅੱਗੇ ਦੀ ਅੱਗੇ ਲੜੀ ਤੁਰੀ ਜਾਊਗੀ। ਜਿਹੜੇ ਫੈਸਲੇ ਨੇ ਉਹਦੇ ਤੇ ਥੋੜਾ ਤੁਸੀਂ ਧਿਆਨ ਦੇਣਾ, ਉਹਦੇ ਤੁਹਾਨੂੰ ਰੱਟੇ ਮਾਰਨੇ ਪੈਣਗੇ। ਉਹਦੇ ਵਿੱਚ ਤੁਹਾਨੂੰ ਯਾਦ ਕਰਨਾ ਪਵੇਗਾ ਵੀ ਕਿਹੜੇ ਏਰੀਏ ਕਿਸ ਨੂੰ ਮਿਲੇ ਸਨ। ਇਟਲੀ ਨੂੰ ਲੰਬਾਂਡਰੀ, ਵਲੇਸ਼ੀਆ, ਨੀਸ, ਸਵਾਏ, ਇਹ ਨਾਮ ਇੱਥੇ ਯਾਦ ਕਰ ਲਓਗੀਆਂ। ਅੱਗੇ ਚੱਲ ਕੇ ਜਦੋਂ ਆਪਾਂ ਮੈਪ ਕਰਨਾ ਇਟਲੀ ਦਾ, ਜਰਮਨੀ ਦਾ, ਤੁਹਾਨੂੰ ਉਹ ਨਾਂ ਯਾਦ ਕਰਨੇ ਕੋਈ ਔਖੇ ਨਹੀਂ ਰਹਿਣਗੇ। ਵਾਰਸਾ ਦੀ ਡੱਚੀ ਵਗੈਰਾ। ਮੇਰੀ ਲੂਈਸੇ ਦਾ ਵੀ ਇਹਦੇ ਵਿੱਚ ਨਾਮ ਆਉਂਦਾ, ਨੈਪੋਲੀਅਨ ਦੀ ਦੂਜੀ ਪਤਨੀ ਸੀਗੀ। ਉਹਨੂੰ ਵੀ ਕੋਈ ਇਲਾਕਾ ਮਿਲਿਆ ਸੀ, ਮੇਰੇ ਖਿਆਲ ਨਾਲ ਵਾਰਸਾ ਦੀ ਡੱਚੀ ਦਾ ਹੀ ਇਲਾਕਾ ਉਸਨੂੰ ਮਿਲਿਆ ਸੀ। ਸੋ ਵਿਆਨਾ ਕਾਂਗਰਸ ਤੋਂ ਅੱਗੇ ਬੇਟਾ ਇਹ ਤੁਹਾਡਾ ਹੋ ਗਿਆ। ਮੈਂ ਤੁਹਾਨੂੰ ਭੇਜਤਾ ਸੀ ਨੋਟਸ, ਬੁੱਕ ਆਪਣੀ ਤੋਂ ਵੀ ਕਰ ਲਿਆ। ਤੁਸੀਂ ਇਹ ਨਹੀਂ ਸੋਚਣਾ ਜਿੰਨੇ ਕਾ ਨੋਟਸ ਤੇ, ਜੇਕਰ ਇੱਥੇ ਮਹੱਤਵ ਦੇ ਪੁਆਇੰਟ ਆਲੋਚਨਾ ਦੇ ਸਿਰਫ ਪੁਆਇੰਟ ਦਿੱਤੇ, ਤੁਸੀਂ ਇਹਨਾਂ ਦੀ ਐਕਸਪਲੇਨੇਸ਼ਨ ਕਰਨੀ ਹੈ ਆਪਣੀ ਬੁੱਕ ਤੋਂ। ਉਸ ਤੋਂ ਅਗਲਾ ਚੈਪਟਰ ਹੈ ਜੀ ਫਿਰ ਵਿਆਨਾ ਤੋਂ ਅੱਗੇ ਨੈਕਸਟ ਜਿਹੜਾ ਤੁਹਾਡਾ ਚੈਪਟਰ ਹੈ ਆਪਣਾ ਨੈਕਸਟ 3rd ਯੂਨਿਟ ਸ਼ੁਰੂ ਹੋ ਜਾਣਾ। 3rd ਯੂਨਿਟ ਦਾ ਜਿਹੜਾ ਤੁਹਾਡਾ ਫਸਟ ਟੌਪਿਕ ਹੈ ਉਹ ਥੋੜਾ ਅਲੱਗਾ ਜਿਹਾ ਚੈਪਟਰ ਹੈ। ਉਹ ਹੈ ਜੀ, ਉਸ ਚੈਪਟਰ ਦਾ ਨਾਮ ਹੈ ਤੁਹਾਡਾ ਇੰਡਸਟਰੀਅਲ ਰੈਵੋਲੂਸ਼ਨ, ਉਦਯੋਗਿਕ ਕ੍ਰਾਂਤੀ। ਯੂਰਪ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ। ਯੂਰਪ ਦੇ ਵਿੱਚ ਨਵੀਆਂ ਨਵੀਆਂ ਮਸ਼ੀਨਾਂ ਦੀ ਖੋਜ ਹੋਈ, ਨਵੀਆਂ ਨਵੀਆਂ ਮਸ਼ੀਨਾਂ, ਹੁਣ ਮਸ਼ੀਨਾਂ ਵੱਡੀਆਂ ਵੱਡੀਆਂ ਬਣ ਗਈਆਂ। ਹੁਣ ਮਸ਼ੀਨਾਂ ਕਿੱਥੇ ਲਾਉਣੀਆਂ, ਇਸ ਕਰਕੇ ਕਾਰਖਾਨੇ ਬਣੇ, ਕਾਰਖਾਨੇ ਉਦਯੋਗ ਵੱਧ ਤੋਂ ਵੱਧ ਸਥਾਪਿਤ ਹੋਏ ਯੂਰਪ ਦੇ ਵਿੱਚ। ਨੈਕਸਟ ਵਾਲਾ ਚੈਪਟਰ ਉਦਯੋਗਿਕ ਕ੍ਰਾਂਤੀ ਜਿਹੜੀ ਹੈ ਸ਼ੁਰੂ ਕਿੱਥੋਂ ਹੋਈ ਸੀ? ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਹੋਈ ਸੀ। ਇੰਗਲੈਂਡ ਵਿੱਚ ਇਹਦੇ ਸ਼ੁਰੂ ਹੋਣ ਦੇ ਕਿਹੜੇ ਕਿਹੜੇ ਕਾਰਨ ਸਨ, ਉਹਦੇ ਤੁਹਾਡੇ ਪੁਆਇੰਟ ਆਉਂਦੇ ਨੇ। ਇੰਗਲੈਂਡ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਰਾਜ, ਇੰਗਲੈਂਡ ਦੇ ਵਿੱਚ ਬਹੁਤ ਜ਼ਿਆਦਾ ਹੁਣ ਤੱਕ ਬੱਚੇ ਐਂਟਰ ਕਰ ਰਹੇ ਨੇ। ਕੀ ਸੁਣ ਗਈਆਂ ਇਹ ਕੁੜੀਆਂ? 3 ਮਿੰਟ ਰਹਿ ਗਏ ਹੈ। ਮਿਊਟ ਕਰ ਦੋ ਬੱਚਾ, ਆਪਣੇ ਆਪ ਹੀ ਕਰ ਲੈਣੇ ਚਾਹੀਦੇ। ਬਸ 2-3 ਮਿੰਟ ਰਹਿ ਗਏ, ਮੈਨੂੰ ਮੈਸੇਜ ਆਈ ਜਾ ਰਿਹਾ ਮੈਨੂੰ ਅਜੇ। ਨੈਕਸਟ ਬੇਟਾ ਜਿਹੜਾ ਤੁਹਾਡਾ ਚੈਪਟਰ ਹੈ ਇੰਡਸਟਰੀਅਲ ਰੈਵੋਲੂਸ਼ਨ ਕੀ ਸੀ, ਕਦੋਂ ਹੋਈ, ਕਿੱਥੇ ਸ਼ੁਰੂ ਹੋਈ? ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਹੋਈ। ਇੰਗਲੈਂਡ ਵਿੱਚ ਸ਼ੁਰੂ ਹੋਣ ਦੇ ਕਿਹੜੇ ਕਿਹੜੇ ਕਾਰਨ ਸਨ? ਇੱਕ ਵਾਰ ਇਹ ਇਕੱਲਾ ਕੁਐਸਚਨ ਵੀ ਆ ਗਿਆ ਸੀਗਾ। ਇਕੱਲੇ ਕਾਰਨਾਂ ਦੇ ਵੀ ਜਿਹੜੇ ਤੁਹਾਡੇ 10-15 ਪੁਆਇੰਟ ਨੇ ਉਹ ਕਰਨੇ ਨੇ। ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਖੋਜਾਂ ਹੋਈਆਂ ਹਰ ਇੱਕ ਖੇਤਰ ਵਿੱਚ। ਕੱਪੜੇ ਨਾਲ ਸੰਬੰਧਿਤ ਕਿਹੜੀ ਖੋਜ ਹੋਈ, ਭਾਫ ਇੰਜਨ ਨਾਲ ਸੰਬੰਧਿਤ ਕਿਹੜੀ ਹੋਈ, ਲੋਹੇ ਨਾਲ ਸੰਬੰਧਿਤ ਕਿਹੜੀ ਹੋਈ, ਰੇਲਾਂ ਵਗੈਰਾ ਦਾ ਨਿਰਮਾਣ, ਟੈਲੀਫੋਨ ਕਦੋਂ ਆਇਆ, ਕਿਵੇਂ ਆਇਆ, ਕਿਹਦੇ ਦੁਆਰਾ ਲਿਆਂਦਾ ਗਿਆ, ਇਹ ਸਾਰੀਆਂ ਚੀਜ਼ਾਂ ਤੁਹਾਡੇ ਨੈਕਸਟ ਵਾਲੇ ਚੈਪਟਰ ਵਿੱਚ ਆਉਣੀਆਂ ਨੇ। ਇਸ ਉਦਯੋਗਿਕ ਕ੍ਰਾਂਤੀ ਦਾ ਕੀ ਪ੍ਰਭਾਵ ਪਿਆ ਸੀ ਯੂਰਪ ਦੇ ਉੱਤੇ, ਯੂਰਪ ਦੇ ਦੇਸ਼ਾਂ ਦੇ ਉੱਤੇ, ਤੇ ਉਸ ਤੋਂ ਬਾਅਦ ਹੋਰ ਬਾਹਰਲੇ ਦੇਸ਼ਾਂ ਦੇ ਉੱਤੇ ਕੀ ਪ੍ਰਭਾਵ ਪਿਆ, ਇਹ ਵੀ ਆਪਾਂ ਪੂਰੇ ਦਾ ਪੂਰਾ ਹੀ ਚੈਪਟਰ ਕਰਨਾ ਹੈ। ਸੋ ਨੈਕਸਟ ਅੱਜ ਜਿਹੜੀ PDF ਮੈਂ ਤੁਹਾਨੂੰ ਇਸ ਕੁਐਸਚਨ ਦੀ ਭੇਜ ਦੇਵਾਂਗੀ, ਨੋਟ ਕਰ ਲਿਓ। ਨੈਕਸਟ ਕਲਾਸ ਦੇ ਵਿੱਚ ਆਪਾਂ ਇਸੇ ਇੰਡਸਟਰੀਅਲ ਰੈਵੋਲੂਸ਼ਨ ਬਾਰੇ ਹੀ ਗੱਲ ਕਰਾਂਗੇ। ਇੰਗਲੈਂਡ ਵਿੱਚ ਸ਼ੁਰੂ ਹੋਣ ਦੇ ਕਾਰਨ ਤੇ ਇਸ ਦੇ ਸਮੇਂ ਹੋਈਆਂ ਵੱਖ-ਵੱਖ ਖੋਜਾਂ। ਠੀਕ ਹੈ ਜੀ, ਹੋਰ ਦੱਸੋ ਜੀ? ਬੁੱਕਸ ਲੈ ਲਈਆਂ ਬੱਚਾ ਸਾਰਿਆਂ ਨੇ?
एसी रोड़ा दी रहंदी है बुक। चलो ठीक है, कोई गल नहीं, ना घबराओ जे कोई होर लई है ते। इंग्लिश मीडियम मैडम मैं तुहानू मेरे ख्याल नाल एसी रोड़ा मैं तुहानू दस्सिया सी, ना एसी रोड़ा मिलनी है, ना तुहानू दूजी मिलनी है, मान दी मिलेगी। MS मान दी बुक मिलेगी बेटा तुहानू। सारी हाँ मान दी मिलनी इंग्लिश मीडियम। सारियां वीडियो ऑफ करके बैठियां हो? वीडियो ऑन करो बच्चा, सारियां वीडियो ऑन करो। आ जेड़ा 1 मिनट रह गया मैं तुहाडी आ बना रही हां। पता लगे ना केड़ी केड़ी बैठियां, फिर मैं ग्रुप च भेजनी है हुण। जैस्मीन, सुजाता, सुजाता दा इंग्लिश मीडियम है? केदा है इंग्लिश मीडियम? राम देवी भी बैठी है, मोनिका भी बैठी, बाकी भी करो सारियां। करमजीत कौर भुल्लर, अच्छा करमजीत सुती उठी है हुण? अच्छा अच्छा, देख लो ਏਦਾਂ ਦਾ ਵੀ ਟਾਈਮ ਆ ਗਿਆ, ਕਲਾਸਾਂ ਲਾਉਣੀਆਂ ਲੰਮੀਆਂ ਪਈਆਂ ਹੈ ਤੁਸੀਂ ਘਰੇ। ਅੱਛਾ ਅੱਛਾ, ਕੋਈ ਗੱਲ ਨਹੀਂ। ਅਟੈਂਡੈਂਸ ਲੈ ਲਈ ਬੇਟਾ, ਅਟੈਂਡੈਂਸ ਸਾਰਿਆਂ ਨੇ ਭੇਜ ਦਿੱਤੀ ਵਿੱਚ। 40 ਪਾਰਟਿਸਪੈਂਟ ਹੋ ਸਿਰਫ ਤੁਸੀਂ ਤੇ ਮੈਂ ਹੁਣ ਕੀ ਕਰਾਂ, 100 ਦੇ ਤਕਰੀਬਨ ਬੱਚੇ ਨੇ ਜਿਹੜੇ ਆਪਣੇ ਗਰੁੱਪ ਚ ਐਡ ਨੇ। 100 ਬੱਚਾ ਹੋ ਗਿਆ ਤੇ